ਸਤਿ ਸ੍ਰੀ ਅਕਾਲ ਬੱਚਿਓ। ਮਨੁੱਖੀ ਅੱਖ ਅਤੇ ਰੰਗ ਬਰੰਗਾ ਸੰਸਾਰ। ਬੱਚਿਓ, ਅੱਜ ਅਸੀਂ ਕਲਾਸ 10ਵੀਂ ਦਾ ਵਿਸ਼ਾ ਸਾਇੰਸ ਦਾ ਅਧਿਆਇ 11 ਵਿੱਚੋਂ ਪਾਠ ਮਨੁੱਖੀ ਅੱਖ ਅਤੇ ਰੰਗ ਬਰੰਗਾ ਸੰਸਾਰ ਬਾਰੇ ਪੜ੍ਹਾਂਗੇ। ਮਨੁੱਖੀ ਅੱਖ ਬਾਰੇ ਜਾਣਕਾਰੀ। ਬੱਚਿਓ, ਤੁਸੀਂ ਪਿਛਲੇ ਪਾਠ ਪ੍ਰਕਾਸ਼ ਦੇ ਪਰਿਵਰਤਨ ਅਤੇ ਅਪਵਰਤਨ ਬਾਰੇ ਪੜ੍ਹ ਚੁੱਕੇ ਹੋ। ਤੁਸੀਂ ਲੈਂਜ਼ਾਂ ਦੁਆਰਾ ਬਣਾਏ ਪ੍ਰਤੀਬਿੰਬਾਂ ਦੀ ਪ੍ਰਕਿਰਤੀ, ਸਥਿਤੀ ਅਤੇ ਉਹਨਾਂ ਦੇ ਸੰਖੇਪਿਕ ਆਕਾਰ ਬਾਰੇ ਪੜ੍ਹ ਚੁੱਕੇ ਹੋ। ਹੁਣ ਅਸੀਂ ਪੜ੍ਹਾਂਗੇ ਕਿ ਮਨੁੱਖੀ ਅੱਖ ਕਿਵੇਂ ਇਸ ਪ੍ਰਕਾਸ਼ ਦਾ ਉਪਯੋਗ ਕਰਦੀ ਹੈ ਅਤੇ ਸਾਨੂੰ ਸਾਡੇ ਆਲੇ ਦੁਆਲੇ ਦੇਖਣ ਵਿੱਚ ਕਿਵੇਂ ਮਦਦ ਕਰਦੀ ਹੈ। ਮਨੁੱਖੀ ਅੱਖ ਇੱਕ ਬਹੁਤ ਹੀ ਕੀਮਤੀ ਅਤੇ ਸੰਵੇਦਨਸ਼ੀਲ ਗਿਆਨ ਇੰਦਰੀ ਹੈ ਜੋ ਸਾਨੂੰ ਸੰਸਾਰ ਅਤੇ ਸਾਡੇ ਆਲੇ ਦੁਆਲੇ ਦੇ ਰੰਗਾਂ ਨੂੰ ਵੇਖਣਯੋਗ ਬਣਾਉਂਦੀ ਹੈ। ਅੱਖ ਬੰਦ ਕਰਕੇ ਅਸੀਂ ਵਸਤੂਆਂ ਨੂੰ ਉਹਨਾਂ ਦੀ ਗੰਧ, ਸਵਾਦ, ਉਹਨਾਂ ਦੁਆਰਾ ਉਤਪੰਨ ਧੁਨੀ ਜਾਂ ਸਪਰਸ਼ ਕਰਕੇ ਕਿਸੇ ਹੱਦ ਤੱਕ ਪਤਾ ਲਗਾ ਸਕਦੇ ਹਾਂ। ਪਰ ਫਿਰ ਵੀ ਅੱਖਾਂ ਨੂੰ ਬੰਦ ਕਰਕੇ ਵਸਤੂਆਂ ਦੇ ਰੰਗਾਂ ਬਾਰੇ ਅਸੀਂ ਨਹੀਂ ਦੱਸ ਸਕਦੇ। ਭਾਵ ਮਨੁੱਖੀ ਅੱਖ ਅਜਿਹੀ ਮਹੱਤਵਪੂਰਨ ਗਿਆਨ ਇੰਦਰੀ ਹੈ ਜੋ ਸਾਨੂੰ ਸਾਡੇ ਆਲੇ ਦੁਆਲੇ ਦੇ ਰੰਗ ਬਿਰੰਗੇ ਸੰਸਾਰ ਨੂੰ ਵੇਖਣਯੋਗ ਬਣਾਉਂਦੀ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਅਸੀਂ ਹਨੇਰੇ ਵਾਲੇ ਕਮਰੇ ਵਿੱਚ ਹੋਈਏ ਤਾਂ ਸਾਨੂੰ ਸਾਡੇ ਆਲੇ ਦੁਆਲੇ ਪਈਆਂ ਵਸਤੂਆਂ ਨਜ਼ਰ ਨਹੀਂ ਆਉਂਦੀਆਂ। ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਕਮਰੇ ਵਿੱਚ ਪ੍ਰਕਾਸ਼ ਮੌਜੂਦ ਨਹੀਂ ਹੈ। ਜੇਕਰ ਪ੍ਰਕਾਸ਼ ਦੀ ਇੱਕ ਕਿਰਨ ਵੀ ਮੌਜੂਦ ਹੋਵੇ ਤਾਂ ਵਸਤੂਆਂ ਨਜ਼ਰ ਆਉਣ ਲੱਗ ਪੈਂਦੀਆਂ ਹਨ। ਮਨੁੱਖੀ ਅੱਖ ਦੇ ਭਾਗ। ਬੱਚਿਓ, ਸਾਡੀ ਮਨੁੱਖੀ ਅੱਖ ਦੇ ਕਈ ਭਾਗ ਹਨ, ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ। ਕ੍ਰਿਸਟਲੀ ਲੈਂਸ, ਐਕੁਅਸ ਹਿਊਮਰ, ਪੁਤਲੀ, ਆਇਰਿਸ, ਕਾਰਨੀਆ, ਵਿਟਰਸ ਹਿਊਮਰ, ਸਿਲਰੀ ਪੇਸ਼ੀ, ਰੈਟੀਨਾ, ਪ੍ਰਕਾਸ਼ ਨਾੜੀ। ਇਹ ਸਾਡੇ ਮਨੁੱਖੀ ਅੱਖ ਦੇ ਭਾਗ ਹਨ। ਹੁਣ ਅਸੀਂ ਮਨੁੱਖੀ ਅੱਖ ਦੇ ਭਾਗਾਂ ਦੇ ਕਾਰਜ ਬਾਰੇ ਪੜ੍ਹਾਂਗੇ ਕਿ ਮਨੁੱਖੀ ਅੱਖ ਵਿੱਚ ਵੱਖ-ਵੱਖ ਭਾਗ ਕੀ ਕੰਮ ਕਰਦੇ ਹਨ। ਸਾਡੀ ਅੱਖ ਵਿੱਚ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਰੈਟੀਨਾ। ਇਹ ਪ੍ਰਕਾਸ਼ ਪ੍ਰਤੀ ਸੰਵੇਦਨਸ਼ੀਲ ਪਰਦਾ ਹੈ ਜਿਸ ਉੱਤੇ ਵਸਤੂ ਦਾ ਪ੍ਰਤੀਬਿੰਬ ਬਣਦਾ ਹੈ। ਕ੍ਰਿਸਟਲੀ ਲੈਂਸ, ਜਿਸ ਨੂੰ ਅਸੀਂ
ਨੇਤਰ ਲੈਂਸ ਵੀ ਕਹਿੰਦੇ ਹਾਂ। ਇਸ ਦਾ ਮੁੱਖ ਕੰਮ ਵੱਖ-ਵੱਖ ਦੂਰੀਆਂ ਉੱਤੇ ਪਈ ਵਸਤੂ ਦਾ ਫੋਕਸ ਰੈਟੀਨਾ 'ਤੇ ਬਣਾਉਣ ਵਿੱਚ ਮਦਦ ਕਰਨਾ ਹੈ। ਆਈਰਸ ਇਹ ਗਹਿਰੇ ਰੰਗ ਦਾ ਪੇਸ਼ੀਦਾਰ ਡਾਇਫਰਾਮ ਹੁੰਦਾ ਹੈ ਜੋ ਪੁਤਲੀ ਦੇ ਆਕਾਰ ਨੂੰ ਨਿਯੰਤਰਣ ਕਰਦਾ ਹੈ। ਜਦੋਂ ਅੱਖ 'ਤੇ ਤੇਜ਼ ਪ੍ਰਕਾਸ਼ ਪੈਂਦਾ ਹੈ ਤਾਂ ਇਸ ਦਾ ਆਕਾਰ ਵੱਡਾ ਹੋ ਜਾਂਦਾ ਹੈ ਤਾਂ ਜੋ ਪੁਤਲੀ ਦਾ ਆਕਾਰ ਛੋਟਾ ਹੋ ਜਾਵੇ। ਪੁਤਲੀ ਇਹ ਅੱਖ ਵਿੱਚ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਦੀ ਮਾਤਰਾ ਨੂੰ ਨਿਯੰਤਰਣ ਕਰਦਾ ਹੈ। ਜੇਕਰ ਪ੍ਰਕਾਸ਼ ਜ਼ਿਆਦਾ ਚਮਕਦਾਰ ਹੋਵੇ ਤਾਂ ਪੁਤਲੀ ਦਾ ਆਕਾਰ ਛੋਟਾ ਹੋ ਜਾਂਦਾ ਹੈ ਤਾਂ ਜੋ ਘੱਟ ਤੋਂ ਘੱਟ ਪ੍ਰਕਾਸ਼ ਅੱਖ ਅੰਦਰ ਜਾ ਸਕੇ। ਪਰ ਜਦੋਂ ਪ੍ਰਕਾਸ਼ ਘੱਟ ਚਮਕਦਾਰ ਹੁੰਦਾ ਹੈ ਤਾਂ ਪੁਤਲੀ ਦਾ ਆਕਾਰ ਵੱਡਾ ਹੋ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਪ੍ਰਕਾਸ਼ ਅੱਖ ਅੰਦਰ ਗੁਜ਼ਰ ਸਕੇ। ਬੱਚੋ, ਤੁਸੀਂ ਕਈ ਵਾਰ ਦੇਖਿਆ ਹੋਵੇਗਾ ਜਦੋਂ ਤੁਸੀਂ ਸੂਰਜ ਵੱਲ ਦੇਖਦੇ ਹੋ ਤਾਂ ਤੁਹਾਡੀ ਜਿਹੜੀ ਪੁਤਲੀ ਦਾ ਆਕਾਰ ਹੈ ਉਹ ਛੋਟਾ ਹੁੰਦਾ ਜਾਂਦਾ ਹੈ ਅਤੇ ਜੇਕਰ ਤੁਸੀਂ ਹਨੇਰੇ ਵਾਲੇ ਕਮਰੇ ਵਿੱਚ ਚਲੇ ਜਾਓ ਤਾਂ ਤੁਹਾਡੀ ਪੁਤਲੀ ਦਾ ਆਕਾਰ ਵੱਡਾ ਹੋਣ ਲੱਗ ਜਾਂਦਾ ਹੈ। ਸਿਲੀਅਰ ਪੇਸ਼ੀ ਇਸ ਦਾ ਕੰਮ ਲੈਂਸ ਨੂੰ ਪਕੜ ਕੇ ਰੱਖਣਾ ਹੁੰਦਾ ਹੈ ਅਤੇ ਲੈਂਸ ਦੇ ਆਕਾਰ ਨੂੰ ਵਸਤੂ ਦੀ ਦੂਰੀ ਅਨੁਸਾਰ ਵਿਵਸਥਿਤ ਬਣਾਉਣਾ ਹੈ। ਐਕੁਆਸੂਮਰ ਇਹ ਸਿਲੀਅਰ ਪੇਸ਼ੀ ਤੋਂ ਰਿਸਣ ਵਾਲਾ ਇੱਕ ਤਰਲ ਪਦਾਰਥ ਹੁੰਦਾ ਹੈ ਜੋ ਅੱਖ ਨੂੰ ਬਾਹਰੀ ਦਬਾਅ ਜਾਂ ਝਟਕੇ ਤੋਂ ਬਚਾਉਂਦਾ ਹੈ। ਕੋਰਨੀਆ ਇਹ ਇੱਕ ਪਾਰਦਰਸ਼ੀ ਝਿੱਲੀ ਹੈ ਜੋ ਕਿ ਅੱਖ ਦੇ ਅਗਲੇ ਹਿੱਸੇ ਪੁਤਲੀ ਨੂੰ ਕਵਰ ਕਰਦੀ ਹੈ। ਇਸ ਦਾ ਮੁੱਖ ਕੰਮ ਪ੍ਰਕਾਸ਼ ਦਾ ਅਪਵਰਤਨ ਕਰਨਾ ਹੁੰਦਾ ਹੈ ਅਤੇ ਡੇਲੇ ਦੇ ਸਾਹਮਣੇ ਪਾਰਦਰਸ਼ੀ ਉਭਾਰ ਬਣਾਉਣਾ ਹੈ। ਅੰਤ ਵਿੱਚ ਪ੍ਰਕਾਸ਼ ਨਾੜੀ ਰੈਟੀਨਾ 'ਤੇ ਬਣੇ ਪ੍ਰਤੀਬਿੰਬ ਨੂੰ ਪ੍ਰਕਾਸ਼ ਸੰਗ੍ਰਹੀ ਸੈੱਲ ਕਿਰਿਆਸ਼ੀਲ ਹੋ ਕੇ ਬਿਜਲਈ ਸੰਕੇਤ ਪੈਦਾ ਕਰਦੇ ਹਨ ਜੋ ਕਿ ਪ੍ਰਕਾਸ਼ ਨਾੜੀ ਦੁਆਰਾ ਦਿਮਾਗ ਤੱਕ ਪਹੁੰਚਦਾ ਹੈ। ਦਿਮਾਗ ਇਨ੍ਹਾਂ ਸੰਕੇਤਾਂ ਨੂੰ ਅਨੁਵਾਦ ਕਰਕੇ ਇਸ ਸੂਚਨਾ ਨੂੰ ਅੱਗੇ ਭੇਜਦਾ ਹੈ ਜਿਸ ਤੋਂ ਅਸੀਂ ਵਸਤੂਆਂ ਨੂੰ ਉਸ ਤਰ੍ਹਾਂ ਦਾ ਵੇਖ ਸਕਦੇ ਹਾਂ ਜਿਹੀਆਂ ਉਹ ਹਨ। ਇਹ ਸਨ ਬੱਚਿਓ ਮਨੁੱਖੀ ਅੱਖ ਦੇ ਵੱਖ-ਵੱਖ ਭਾਗਾਂ ਦੇ ਕਾਰਜ। ਹੁਣ ਅਸੀਂ ਜਾਣਦੇ ਹਾਂ ਮਨੁੱਖੀ ਅੱਖ ਦੀ ਕਾਰਜ ਵਿਧੀ ਕੀ ਹੈ। ਜਦੋਂ ਕਿਸੇ ਵਸਤੂ 'ਤੇ ਪ੍ਰਕਾਸ਼ ਪੈਂਦਾ ਹੈ ਤਾਂ ਕੁਝ ਹਿੱਸਾ ਪ੍ਰਕਾਸ਼ ਦਾ ਵਸਤੂਆਂ ਸੋਖ ਲੈਂਦੀਆਂ ਹਨ, ਕੁਝ ਹਿੱਸਾ ਪ੍ਰਕਾਸ਼ ਦਾ ਅਪਵਰਤਨ ਹੋ ਜਾਂਦਾ ਹੈ ਅਤੇ ਕੁਝ ਹਿੱਸਾ ਪਰਾਵਰਤਨ ਹੋ ਜਾਂਦਾ ਹੈ। ਵਸਤੂ 'ਤੇ ਪੈ ਰਹੇ ਪ੍ਰਕਾਸ਼ ਦਾ ਜੋ ਹਿੱਸਾ ਪਰਾਵਰਤਨ ਹੁੰਦਾ ਹੈ
ਉਹ ਸਾਡੀ ਅੱਖ ਦੇ ਕਾਰਨੀਆ ਰਾਹੀਂ ਅਪਵਰਤਨ ਹੋ ਕੇ ਪੁਤਲੀ ਰਾਹੀਂ ਅੱਖ ਦੇ ਅੰਦਰ ਪ੍ਰਵੇਸ਼ ਕਰਦਾ ਹੈ। ਫਿਰ ਇਹ ਕ੍ਰਿਸਟਲੀ ਲੈਂਸ, ਜਿਸ ਨੂੰ ਅਸੀਂ ਨੇਤਰ ਲੈਂਜ ਵੀ ਕਹਿੰਦੇ ਹਾਂ, ਵਿੱਚੋਂ ਗੁਜ਼ਰ ਕੇ ਵਸਤੂ ਦਾ ਵਾਸਤਵਿਕ ਪ੍ਰਤੀਬਿੰਬ ਰੈਟੀਨਾ 'ਤੇ ਬਣਾਉਂਦਾ ਹੈ। ਰੈਟੀਨਾ 'ਤੇ ਪ੍ਰਕਾਸ਼ ਸੰਗ੍ਰਹੀ ਸੈੱਲ ਕਿਰਿਆਸ਼ੀਲ ਹੋ ਕੇ ਬਿਜਲਈ ਸੰਕੇਤ ਉਤਪੰਨ ਕਰਦੇ ਹਨ, ਜੋ ਕਿ ਪ੍ਰਕਾਸ਼ ਨਾੜੀ ਰਾਹੀਂ ਦਿਮਾਗ ਨੂੰ ਭੇਜਦਾ ਹੈ। ਦਿਮਾਗ ਇਹਨਾਂ ਸੂਚਨਾ ਨੂੰ ਅਨੁਵਾਦ ਕਰਕੇ ਇਹਨਾਂ ਸੂਚਨਾ ਨੂੰ ਅੱਗੇ ਭੇਜਦਾ ਹੈ, ਜਿਸ ਕਰਕੇ ਵਸਤੂਆਂ ਨੂੰ ਅਸੀਂ ਜਿਉਂ ਦਾ ਤਿਉਂ ਦੇਖ ਸਕਦੇ ਹਾਂ, ਜਿਸ ਤਰ੍ਹਾਂ ਦੀਆਂ ਉਹ ਹੁੰਦੀਆਂ ਹਨ। ਤੁਸੀਂ ਬੱਚਿਓ ਦੇਖ ਰਹੇ ਹੋ ਚਿੱਤਰ ਵਿੱਚ ਸੂਰਜ ਦੀ ਰੋਸ਼ਨੀ ਫੁੱਲਾਂ ਉੱਤੇ ਪੈ ਰਹੀ ਹੈ ਅਤੇ ਇਹ ਪਰਾਵਰਤਿਤ ਹੋ ਕੇ ਮਨੁੱਖੀ ਅੱਖ ਵਿੱਚ ਗੁਜ਼ਰ ਰਹੀ ਹੈ। ਜਿਸ ਤਰ੍ਹਾਂ ਆਪਾਂ ਪੜ੍ਹ ਚੁੱਕੇ ਹਾਂ ਵੀ ਮਨੁੱਖੀ ਅੱਖ ਦੇ ਉੱਤੇ ਜਦੋਂ ਪ੍ਰਕਾਸ਼ ਪੈਂਦਾ, ਜਦੋਂ ਮਨੁੱਖੀ ਅੱਖ ਉੱਤੇ ਪ੍ਰਕਾਸ਼ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਉਹ ਕ੍ਰਿਸਟਲ ਲੈਂਸ ਤੋਂ ਅਪਵਰਤਿਤ ਹੋ ਕੇ ਵਸਤੂ ਦੀ ਪ੍ਰਤੀਬਿੰਬ ਰੈਟੀਨਾ ਉੱਤੇ ਬਣਾਉਂਦੇ ਹਨ, ਜਿੱਥੇ ਪ੍ਰਕਾਸ਼ ਸੰਗ੍ਰਹੀ ਸੈੱਲ ਸਨ। ਇਹ ਪ੍ਰਕਾਸ਼ ਸੰਗ੍ਰਹੀ ਸੈੱਲ ਬਿਜਲਈ ਸੰਕੇਤ ਉਤਪੰਨ ਕਰਦੇ ਸਨ ਅਤੇ ਦਿਮਾਗ ਨੂੰ ਸੂਚਨਾ ਭੇਜਦੇ ਸਨ ਅਤੇ ਦਿਮਾਗ ਇਹ ਸੂਚਨਾ ਦਾ ਅਨੁਵਾਦ ਕਰਕੇ ਸਾਨੂੰ ਵਸਤੂ ਬਾਰੇ ਦੱਸਦਾ ਹੈ। ਇਹ ਸੀ ਮਨੁੱਖੀ ਅੱਖ ਦੀ ਕਾਰਜ ਵਿਧੀ। ਅਨੁਕੂਲ ਸਮਰੱਥਾ। ਨੇਤਰ ਲੈਂਜ ਦੀ ਉਹ ਸਮਰੱਥਾ ਜਿਸ ਦੇ ਕਾਰਨ ਉਹ ਆਪਣੀ ਫੋਕਸ ਦੂਰੀ ਨੂੰ ਵਿਵਸਥਿਤ ਕਰ ਲੈਂਦਾ ਹੈ, ਉਸ ਨੂੰ ਅਨੁਕੂਲ ਸਮਰੱਥਾ ਕਹਿੰਦੇ ਹਨ। ਨੇਤਰ ਲੈਂਸ ਇੱਕ ਜੈਲੀ ਵਰਗੇ ਪਦਾਰਥ ਨਾਲ ਬਣਿਆ ਹੋਇਆ ਹੈ। ਇਸ ਦੀ ਵਕਰਤਾ ਕੁਝ ਹੱਦ ਤੱਕ ਸਿਲਰੀ ਪੇਸ਼ੀਆਂ ਨਾਲ ਜੁੜੀ ਹੋਈ ਹੈ। ਨੇਤਰ ਲੈਂਸ ਦੀ ਵਕਰਤਾ ਵਿੱਚ ਪਰਿਵਰਤਨ ਹੋਣ ਕਰਕੇ ਕੁਝ ਹੱਦ ਤੱਕ ਇਸ ਦੀ ਫੋਕਸ ਦੂਰੀ ਪਰਿਵਰਤਿਤ ਹੋ ਜਾਂਦੀ ਹੈ। ਜਦੋਂ ਅਸੀਂ ਦੂਰ ਦੀਆਂ ਵਸਤੂਆਂ ਨੂੰ ਦੇਖਦੇ ਹਾਂ ਤਾਂ ਸਿਲਰੀ ਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ, ਜਿਸ ਨਾਲ ਲੈਂਸ ਪਤਲਾ ਹੋ ਜਾਂਦਾ ਹੈ ਅਤੇ ਵਕਰਤਾ ਘਟ ਜਾਂਦੀ ਹੈ, ਜਿਸ ਨਾਲ ਫੋਕਸ ਦੂਰੀ ਵੱਧ ਜਾਂਦੀ ਹੈ। ਇਸ ਤਰ੍ਹਾਂ ਅਸੀਂ ਦੂਰ ਦੀਆਂ ਵਸਤੂਆਂ ਨੂੰ ਦੇਖਣ 'ਚ ਸਮਰੱਥ ਹੋ ਜਾਂਦੇ ਹਾਂ। ਇਸੇ ਤਰ੍ਹਾਂ ਜਦੋਂ ਅਸੀਂ ਨੇੜੇ ਦੀਆਂ ਵਸਤੂਆਂ ਨੂੰ ਦੇਖਦੇ ਹਾਂ ਤਾਂ ਸਿਲਰੀ ਪੇਸ਼ੀ ਸੁੰਗੜ ਜਾਂਦੀ ਹੈ, ਜਿਸ ਨਾਲ ਨੇਤਰੀ ਲੈਂਸ ਦੀ ਵਕਰਤਾ ਵੱਧ ਜਾਂਦੀ ਹੈ ਅਤੇ ਫੋਕਸ ਦੂਰੀ ਘਟ ਜਾਂਦੀ ਹੈ ਅਤੇ ਲੈਂਸ ਮੋਟਾ ਹੋ ਜਾਂਦਾ ਹੈ। ਇਸ ਨਾਲ ਅਸੀਂ ਨੇੜੇ ਪਈਆਂ ਵਸਤੂਆਂ ਨੂੰ ਸਪਸ਼ਟ ਦੇਖ ਸਕਦੇ ਹਾਂ। ਬੱਚਿਓ, ਤੁਸੀਂ ਕਈ ਵਾਰ ਦੇਖਦੇ ਹੋ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਉਸ ਵਿੱਚ ਕੁਝ ਬਰੀਕ ਅੱਖਰ ਆ ਜਾਂਦੇ ਹਨ ਤਾਂ ਅਸੀਂ ਕਿਤਾਬ ਨੂੰ ਅੱਖ ਦੇ ਕੋਲ ਜਾਂ ਉਸਨੂੰ ਉਸ ਤੋਂ ਪਿੱਛੇ ਲੈ ਕੇ ਜਾਂਦੇ ਹਾਂ। ਇਸ ਚੀਜ਼ ਨੂੰ ਅਸੀਂ ਅਨੁਕੂਲ ਸਮਰੱਥਾ ਹੀ ਕਹਿੰਦੇ ਹਾਂ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ ਵੀ ਇੱਕ ਬੱਚਾ ਜੋ ਕਿਤਾਬ ਪੜ੍ਹ ਰਿਹਾ ਹੈ, ਉਸਨੇ ਬੁੱਕ ਨੂੰ ਆਪਣੇ ਬਿਲਕੁਲ ਕੋਲ ਰੱਖਿਆ ਹੋਇਆ ਹੈ ਜਿਸ ਤਾਂ ਜੋ ਉਹ ਉਸ ਨੂੰ ਅਨੁਕੂਲਨ ਸਮਰੱਥਾ ਦੇ ਅਨੁਸਾਰ ਪੜ੍ਹ ਸਕੇ। ਨੇਤਰ ਦੋਸ਼।
ਬੱਚਿਓ ਤੁਸੀਂ ਅਕਸਰ ਦੇਖਿਆ ਹੋਣਾ ਹੈ ਵੀ ਕੁਝ ਵਿਅਕਤੀਆਂ ਦੇ ਚਸ਼ਮੇ ਲੱਗ ਜਾਂਦੇ ਹਨ। ਇਹ ਚਸ਼ਮੇ ਉਹਨਾਂ ਵਿਅਕਤੀਆਂ ਨੂੰ ਲੱਗਦੇ ਹਨ ਜਿਨ੍ਹਾਂ ਵਿੱਚ ਨੇਤਰ ਦੋਸ਼ ਪਾਇਆ ਜਾਂਦਾ ਹੈ। ਇਹ ਨੇਤਰ ਦੋਸ਼ 3 ਪ੍ਰਕਾਰ ਦੇ ਹੁੰਦੇ ਹਨ: ਨਿਕਟ ਦ੍ਰਿਸ਼ਟੀ ਦੋਸ਼, ਦੂਰ ਦ੍ਰਿਸ਼ਟੀ ਦੋਸ਼, ਜਰਾ ਦੂਰ ਦ੍ਰਿਸ਼ਟਤਾ। ਸਭ ਤੋਂ ਪਹਿਲਾਂ ਅਸੀਂ ਪੜਾਂਗੇ ਨਿਕਟ ਦ੍ਰਿਸ਼ਟੀ ਦੋਸ਼। ਨਿਕਟ ਦ੍ਰਿਸ਼ਟੀ ਦੋਸ਼ ਵਾਲਾ ਵਿਅਕਤੀ ਨੇੜੇ ਦੀਆਂ ਵਸਤੂਆਂ ਨੂੰ ਸਪਸ਼ਟ ਦੇਖ ਸਕਦਾ ਹੈ, ਪਰੰਤੂ ਦੂਰ ਦੀਆਂ ਵਸਤੂਆਂ ਨੂੰ ਸਪਸ਼ਟ ਨਹੀਂ ਦੇਖ ਸਕਦਾ। ਅਜਿਹੇ ਦੋਸ਼ਯੁਕਤ ਵਿਅਕਤੀ ਦਾ ਦੂਰ ਬਿੰਦੂ ਅਨੰਤ ਤੇ ਨਾ ਹੋ ਕੇ ਨੇਤਰ ਨੇੜੇ ਆ ਜਾਂਦਾ ਹੈ। ਇਸ ਦੋਸ਼ ਵਿੱਚ ਵਸਤੂ ਦਾ ਪ੍ਰਤੀਬਿੰਬ ਰੈਟੀਨਾ ਦੇ ਅੱਗੇ ਬਣਦਾ ਹੈ, ਜਿਸ ਕਰਕੇ ਅਸੀਂ ਵਸਤੂਆਂ ਨੂੰ ਸਪਸ਼ਟ ਨਹੀਂ ਦੇਖ ਸਕਦੇ। ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ, ਵਸਤੂ ਤੋਂ ਆਉਣ ਵਾਲੀਆਂ ਕਿਰਨਾਂ ਜਦੋਂ ਕ੍ਰਿਸਟਲੀ ਲੈਂਸ ਵਿੱਚੋਂ ਅਪਵਰਤਨ ਹੁੰਦੀਆਂ ਹਨ ਤਾਂ ਉਹ ਰੈਟੀਨਾ ਦੇ ਅੱਗੇ ਇੱਕ ਬਿੰਦੂ ਤੇ ਇਕੱਠੀਆਂ ਹੋ ਜਾਂਦੀਆਂ ਹਨ, ਭਾਵ ਵਸਤੂ ਦਾ ਪ੍ਰਤੀਬਿੰਬ ਰੈਟੀਨਾ ਉੱਪਰ ਨਹੀਂ ਬਣ ਰਿਹਾ। ਨਿਕਟ ਦ੍ਰਿਸ਼ਟੀ ਦੋਸ਼ ਹੋਣ ਦੇ ਕਾਰਨ ਨੇਤਰ ਲੈਂਸ ਦੀ ਵਕਰਤਾ ਦਾ ਵੱਧ ਹੋਣਾ ਅਤੇ ਡੇਲੇ ਦਾ ਲੰਬਾ ਹੋ ਜਾਣਾ ਨਿਕਟ ਦ੍ਰਿਸ਼ਟੀ ਦੋਸ਼ ਹੋਣ ਦੇ ਕਾਰਨ ਹਨ। ਨਿਕਟ ਦ੍ਰਿਸ਼ਟੀ ਦੋਸ਼ ਨੂੰ ਮੁਕਤ ਕਰਨਾ। ਅਸੀਂ ਨਿਕਟ ਦ੍ਰਿਸ਼ਟੀ ਦੋਸ਼ ਨੂੰ ਕਿਸ ਤਰ੍ਹਾਂ ਹਟਾ ਸਕਦੇ ਹਾਂ? ਨਿਕਟ ਦ੍ਰਿਸ਼ਟੀ ਦੋਸ਼ ਅਵਤਲ ਲੈਂਸ ਰਾਹੀਂ ਠੀਕ ਹੋ ਸਕਦਾ ਹੈ। ਇਸ ਨਾਲ ਵਸਤੂ ਦਾ ਪ੍ਰਤੀਬਿੰਬ ਰੈਟੀਨਾ ਉੱਪਰ ਆ ਜਾਂਦਾ ਹੈ। ਤੁਸੀਂ ਦੇਖ ਰਹੇ ਹੋ ਚਿੱਤਰ ਵਿੱਚ, ਜਦੋਂ ਨਿਕਟ ਦ੍ਰਿਸ਼ਟੀ ਦੋਸ਼ ਦੀ ਅੱਖ ਵਿੱਚ ਤੇ ਰੈਟੀਨਾ ਦੇ ਅੱਗੇ ਇਮੇਜ ਬਣ ਰਹੀ ਸੀ, ਲੇਕਿਨ ਜਦੋਂ ਅਸੀਂ ਅਵਤਲ ਲੈਂਸ ਵਰਤੋਂ ਵਿੱਚ ਲਿਆਂਦਾ ਤਾਂ ਉਸ ਨਾਲ ਪ੍ਰਤੀਬਿੰਬ ਰੈਟੀਨਾ ਉੱਪਰ ਬਣ ਰਿਹਾ ਹੈ, ਜਿਸ ਨਾਲ ਨਿਕਟ ਦ੍ਰਿਸ਼ਟੀ ਦੋਸ਼ ਦੂਰ ਹੋ ਜਾਂਦਾ ਹੈ। ਦੂਰ ਦ੍ਰਿਸ਼ਟੀ ਦੋਸ਼। ਇਸ ਦੋਸ਼ ਵਾਲਾ ਵਿਅਕਤੀ ਦੂਰ ਦੀਆਂ ਵਸਤਾਂ ਨੂੰ ਸਪਸ਼ਟ ਦੇਖ ਸਕਦਾ ਹੈ, ਪਰ ਨੇੜੇ ਦੀਆਂ ਵਸਤੂਆਂ ਨੂੰ ਸਪਸ਼ਟ ਨਹੀਂ ਦੇਖ ਸਕਦਾ। ਅਜਿਹੇ ਦੋਸ਼ਯੁਕਤ ਵਿਅਕਤੀ ਦਾ ਨਿਕਟ ਬਿੰਦੂ 25 ਸੈਂਟੀਮੀਟਰ ਤੋਂ ਦੂਰ ਹਟ ਜਾਂਦਾ ਹੈ। ਇਸ ਵਿੱਚ ਨੇੜੇ ਰੱਖੀ ਵਸਤੂ ਤੋਂ ਆਉਣ ਵਾਲੀਆਂ ਪ੍ਰਕਾਸ਼ ਕਿਰਨਾਂ ਰੈਟੀਨਾ ਦੇ ਪਿੱਛੇ ਫੋਕਸ ਹੁੰਦੀਆਂ ਹਨ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ, ਵਸਤੂਆਂ ਤੋਂ ਆਉਣ ਵਾਲੀਆਂ ਕਿਰਨਾਂ ਰੈਟੀਨਾ ਦੇ ਪਿੱਛੇ ਜਾ ਕੇ ਪ੍ਰਤੀਬਿੰਬ ਬਣਾ ਰਹੀਆਂ ਹਨ। ਦੂਰ ਦ੍ਰਿਸ਼ਟੀ ਦੋਸ਼ ਪੈਦਾ ਹੋਣ ਦੇ ਕਾਰਨ ਨੇਤਰ ਲੈਂਸ ਦੀ ਫੋਕਸ ਦੂਰੀ ਦਾ ਵੱਧ ਜਾਣਾ, ਡੇਲੇ ਦਾ ਛੋਟਾ ਹੋ ਜਾਣਾ, ਇਹ ਦੂਰ ਦ੍ਰਿਸ਼ਟੀ ਦੋਸ਼ ਪੈਦਾ ਹੋਣ ਦੇ ਕਾਰਨ ਹਨ। ਦੂਰ ਦ੍ਰਿਸ਼ਟੀ ਦੋਸ਼ ਨੂੰ ਮੁਕਤ ਕਰਨਾ। ਇਸ ਦੋਸ਼ ਨੂੰ ਸਹੀ ਸਮਰੱਥਾ ਵਾਲੇ ਉੱਤਲ ਲੈਂਸ ਰਾਹੀਂ ਸਹੀ ਕੀਤਾ ਜਾ ਸਕਦਾ ਹੈ। ਇਸ ਨਾਲ ਪ੍ਰਤੀਬਿੰਬ ਰੈਟੀਨਾ ਉੱਪਰ ਆ ਜਾਂਦਾ ਹੈ। ਜਿਵੇਂ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ, ਅੱਖ ਦੇ ਅੱਗੇ ਜਦੋਂ ਅਸੀਂ ਉੱਤਲ ਲੈਂਸ ਰੱਖਦੇ ਹਾਂ ਤਾਂ ਜੋ ਇਮੇਜ, ਜੋ ਪ੍ਰਤੀਬਿੰਬ ਪਹਿਲਾਂ ਰੈਟੀਨਾ ਦੇ ਪਿੱਛੇ ਬਣ ਰਿਹਾ ਸੀ, ਉਹ ਹੁਣ ਰੈਟੀਨਾ ਦੇ ਉੱਪਰ ਬਣ ਰਿਹਾ ਹੈ, ਜਿਸ ਨਾਲ ਅਸੀਂ ਵਸਤੂਆਂ ਨੂੰ ਦੇਖ ਸਕਦੇ ਹਾਂ। ਜਰਾ ਦੂਰ ਦ੍ਰਿਸ਼ਟਤਾ। ਉਮਰ ਵਿੱਚ ਵਾਧਾ ਹੋਣ ਕਰਕੇ ਸੀਲੀਅਰ ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਨੇਤਰੀ ਲੈਂਸ ਦੇ ਲਚਕੀਲੇਪਨ ਦੀ
ਕਮੀ ਹੋ ਜਾਣ ਕਰਕੇ ਵਧੇਰੇ ਵਿਅਕਤੀਆਂ ਦਾ ਨਿਕਟ ਬਿੰਦੂ ਦੂਰ ਹਟ ਜਾਂਦਾ ਹੈ। ਕਦੇ ਕਦੇ ਵਿਅਕਤੀ ਵਿੱਚ ਦੋਵੇਂ ਦੋਸ਼ ਨਿਕਟ ਦ੍ਰਿਸ਼ਟੀ ਅਤੇ ਦੂਰ ਦ੍ਰਿਸ਼ਟੀ ਦੋਸ਼ ਹੋ ਸਕਦੇ ਹਨ। ਅਜਿਹੇ ਵਿਅਕਤੀਆਂ ਨੂੰ ਸਪਸ਼ਟ ਦੇਖਣ ਲਈ ਦੋ ਫੋਕਸੀ ਲੈਂਸ ਦੀ ਲੋੜ ਹੁੰਦੀ ਹੈ। ਦੋ ਫੋਕਸੀ ਲੈਂਸ ਵਿੱਚ ਉੱਪਰਲਾ ਹਿੱਸਾ ਅਵਤਲ ਲੈਂਸ ਹੁੰਦਾ ਹੈ ਜੋ ਕਿ ਦੂਰ ਦੀਆਂ ਵਸਤੂਆਂ ਵੇਖਣ ਵਿੱਚ ਸਹਾਇਕ ਹੁੰਦਾ ਹੈ ਅਤੇ ਨਿਚਲਾ ਹਿੱਸਾ ਉੱਤਲ ਲੈਂਸ ਹੁੰਦਾ ਹੈ ਜੋ ਕਿ ਨੇੜੇ ਦੀਆਂ ਵਸਤੂਆਂ ਵੇਖਣ ਵਿੱਚ ਸਹਾਇਕ ਹੁੰਦਾ ਹੈ। ਬੱਚਿਓ, ਤੁਸੀਂ ਚਿੱਤਰ ਵਿੱਚ ਦੋ ਫੋਕਸੀ ਲੈਂਸ ਦੇਖ ਰਹੇ ਹੋ। ਇਸ ਵਿੱਚ ਉੱਪਰਲਾ ਹਿੱਸਾ ਜੋ ਹੈ ਉਹ ਅਵਤਲ ਲੈਂਸ ਹੈ ਅਤੇ ਜੋ ਨਿਚਲਾ ਹਿੱਸਾ ਹੈ ਉਹ ਉੱਤਲ ਲੈਂਸ ਹੈ। ਤੁਸੀਂ ਅਕਸਰ ਆਪਣੇ ਘਰ ਵਿੱਚ ਬੜੇ ਬਜ਼ੁਰਗਾਂ ਦੇ ਚਸ਼ਮੇ ਲੱਗੇ ਦੇਖੇ ਹੁੰਦੇ ਹਨ। ਉਹਨਾਂ ਦੇ ਵਿੱਚ ਜ਼ਿਆਦਾਤਰ ਦੋ ਫੋਕਸੀ ਲੈਂਸ ਹੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਜੋ ਕਿ ਜਰਾ ਦੂਰ ਦ੍ਰਿਸ਼ਟਤਾ ਨੂੰ ਦੂਰ ਕਰਦਾ ਹੈ। ਧੰਨਵਾਦ।